ਤੁਹਾਡਾ इस चैनल ਤੇ ਸਵਾਗਤ ਕਰਦਾ ਹਾਂ ਤੇ ਅੱਜ ਗੱਲ ਕਰਦੇ ਹਾਂ ਕਿਤਾਬ ਮੰਟੋ ਦੇ ਖੱਤ। ਮੰਟੋ ਦੇ ਖੱਤ ਜੋ ਕਿ ਅੰਕਲ ਸ਼ਾਮ ਦੇ ਨਾਂ ਜਾਣੀ ਕਿ ਅਮਰੀਕਾ ਦੇ ਨਾਮ ਅਨੁਵਾਦ ਕੀਤਾ ਇਸ ਦਾ ਪ੍ਰੇਮ ਅਵਤਾਰ ਰੈਣਾ ਜੀ ਵੱਲੋਂ ਤੇ ਕੁਣਕਸ ਪ੍ਰਕਾਸ਼ਨ ਵੱਲੋਂ ਇਹ ਛਾਪੀ ਗਈ ਹੈ ਕਿਤਾਬ ਤੇ ਇਸ ਦਾ ਪਹਿਲਾ ਐਡੀਸ਼ਨ ਆ ਜੋ 2003 ਦੇ ਵਿੱਚ ਆਇਆ ਸੀ, ਜਿਸ ਦਾ ਕਿ पेपर बैक प्राइस है जो 40 रुपए उस टाइम का। सजिल्द का प्राइस है 75 रुपए तो कुल पन्ने ये है 80 पन्ने ने। ਮੰਟੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਮੰਟੋ ਨੂੰ ਕਿਤਾਬ ਪੜ੍ਹਨ ਵਾਲਾ ਹਰ ਇੱਕ ਪ੍ਰੇਮੀ ਜਾਣਦਾ ਹੈ ਤੇ ਕਿਸ ਤਰ੍ਹਾਂ ਮੰਟੋ ਆਪਣੀ ਕਹਾਣੀਆਂ ਦੇ ਵਿੱਚ ਬੇਵਾਕੀ ਨਾਲ ਲਿਖਦੇ ਨੇ, ਚਾਹੇ ਉਹ 1947 ਦੀ ਵੰਡ ਹੋਵੇ, ਚਾਹੇ ਉਹ ਔਰਤ ਦੇ ਦੁੱਖ ਹੋਣ। ਇਸੇ ਕਰਕੇ ਹੀ ਕਈ ਵਾਰ ਉਹਨੂੰ ਅਸ਼ਲੀਲਤਾ ਦੇ ਇਲਜ਼ਾਮ ਵੀ ਮੰਟੋ 'ਤੇ ਲੱਗਦੇ ਰਹੇ ਨੇ, ਪਰ ਉਹ ਫਿਰ ਵੀ ਆਪਣਾ ਜੋ ਬੇਵਾਕੀ ਵਾਲੀ ਕਲਮ ਹੈ, ਸੱਚ ਦੀ ਕਲਮ ਹੈ, ਉਹ ਉਸ ਤੋਂ ਪਿੱਛੇ ਨਹੀਂ ਹਟੇ। ਉਸੇ ਤਰ੍ਹਾਂ ਹੀ ਇਹ ਕਿਤਾਬ ਹੈ ਅਮਰੀਕਾ ਨੂੰ ਜੋ ਖੱਤ ਲਿਖੇ ਗਏ ਨੇ ਖੁੱਲ੍ਹੇ, ਤਾਂ ਉਹਨਾਂ ਦੇ ਵਿੱਚ ਵੀ ਵਿਅੰਗਮਈ ਪੂਰਾ ਕਟਾਸ਼ ਕੀਤਾ ਗਿਆ ਅਮਰੀਕਾ 'ਤੇ। ਇਹ ਕਿਤਾਬ 1952 'ਚ ਪ੍ਰਕਾਸ਼ਿਤ ਹੋਈ ਹੈ ਤੇ ਉਸ ਸਮੇਂ ਜੋ ਅਮਰੀਕਾ ਦੀ ਸਥਿਤੀ ਸੀ ਉਹੀ ਗੱਲਾਂ ਅੱਜ ਕਰ ਰਿਹਾ। ਇਹ ਨਹੀਂ ਹੈਗਾ ਕਿ ਜੇ ਆਪਾਂ ਇਹਨੂੰ ਕਹੀਏ ਵੀ 60-70 ਸਾਲ ਇਹ ਪੁਰਾਣੀ ਕਿਤਾਬ ਹੈ ਤਾਂ ਅੱਜ ਇਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ, ਤਾਂ ਇੱਦਾਂ ਦੀ ਕੋਈ ਗੱਲ ਨਹੀਂ। ਜੋ ਚੀਜ਼ ਅਮਰੀਕਾ ਪਹਿਲਾਂ ਕਰ ਰਿਹਾ ਸੀ ਤੇ ਉਹ ਅੱਜ ਵੀ ਹੋ ਰਹੀਆਂ ਨੇ। ਅੱਜ ਵੀ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਪਾ ਰਹੇ ਵੀ ਕੀ ਰਾਜਨੀਤੀ ਹੈ, ਕਿਵੇਂ ਉਹ ਜਿਹੜਾ ਮੁਲਾਨਿਆਂ ਨੂੰ ਜਾਂ ਇੱਕ ਖਾਸ ਧਰਮ ਵਾਲਿਆਂ ਨੂੰ ਹਥਿਆਰਬੰਦ ਕਰ ਰਿਹਾ ਤੇ ਹਥਿਆਰਬੰਦ ਕਰਨ ਪਿੱਛੇ ਸਾਜ਼ਿਸ਼ ਕੀ ਹੈ, ਐਟਮ ਬੰਬ ਕਿਉਂ ਬਣਾ ਰਿਹਾ ਤੇ ਦੂਜੇ ਜਿਵੇਂ ਪਾਕਿਸਤਾਨ ਦੇ ਸੱਭਿਆਚਾਰਕ ਹਮਲੇ ਕਿਸ ਤਰ੍ਹਾਂ ਕੀਤੇ ਗਏ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਖੁੱਲ੍ਹ ਕੇ ਬਿਆਨ ਕੀਤੀਆਂ ਨੇ ਮੰਟੋ ਨੇ। ਖਾਸੀਅਤ ਇਹ ਹੈ ਵੀ 1952 'ਚ ਇਹ ਗੱਲਾਂ ਕਹੀਆਂ ਗਈਆਂ, ਕਿਉਂਕਿ ਜੋ ਅੱਜ ਕਹਿ ਰਹੀਆਂ ਨੇ ਅੱਜ ਉਦੋਂ ਉਸ ਸਮੇਂ ਨਾਲੋਂ ਕਹਿਣਾ ਬਹੁਤ ਸੌਖਾ ਹੈ, ਪਰ ਇੱਕ ਉੱਘੇ ਲੇਖਕ ਲਈ ਜਿਸ ਦਾ ਇੱਕ ਨਾਮ ਹੈ ਉਸ ਵੱਲੋਂ ਕਹਿਣਾ ਬਹੁਤ ਵੱਡੀ ਪ੍ਰਾਪਤੀ ਹੈ। ਤਾਂ ਮੈਂ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਮੈਂ ਰੂਬਰੂ ਕਰਦਾ, ਇਹਦੇ ਵਿੱਚੋਂ ਕਿਤਾਬ ਦੇ ਵਿੱਚੋਂ ਕੁਝ ਪੈਰੇ ਪੜ੍ਹ ਕੇ ਤੁਹਾਨੂੰ ਸੁਣਾਉਣਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਤਾਬ ਦੇ ਵਿੱਚ ਮੰਟੋ ਨੇ ਕਿਸ ਤਰ੍ਹਾਂ ਵਿਅੰਗ ਕੀਤਾ ਹੈ ਅਮਰੀਕਾ 'ਤੇ। ਤੀਜੇ ਖੱਤ ਦੇ ਵਿੱਚ ਲਿਖ ਰਹੇ ਨੇ ਮੰਟੋ ਜੀ, ਸਾਡੇ ਨਾਲ ਫੌਜੀ ਸਹਾਇਤਾ ਦੀ ਸੰਧੀ ਬੜੇ ਮਾਰਕੇ ਦੀ ਚੀਜ਼ ਹੈ, ਉਸ 'ਤੇ ਕਾਇਮ ਰਿਹਾ ਜੇ ਉੱਧਰ ਹਿੰਦੁਸਤਾਨ ਨਾਲ ਵੀ ਅਜਿਹੇ ਸੰਬੰਧ ਜੋੜ ਲਵੋ, ਦੋਹਾਂ ਨੂੰ ਪੁਰਾਣੇ ਹਥਿਆਰ ਭੇਜੋ ਕਿਉਂਕਿ ਹੁਣ ਤਾਂ ਤੁਸੀਂ ਆਪਣੇ ਉਹ ਸਾਰੇ ਹਥਿਆਰ ਕੰਡਮ ਕਰ ਦਿੱਤੇ ਹੋਣਗੇ ਜੋ ਤੁਸੀਂ ਪਿਛਲੀ ਵੱਡੀ ਜੰਗ ਵਿੱਚ ਵਰਤੇ ਸਨ। ਤੁਹਾਡਾ ਇਹ ਫਾਲਤੂ ਅਸਲਾਹ ਠਿਕਾਣੇ ਲੱਗ ਜਾਏਗਾ ਅਤੇ ਤੁਹਾਡੇ ਕਾਰਖਾਨੇ ਵੀ ਵਿਹਲੇ ਨਹੀਂ ਰਹਿਣਗੇ। ਇਸੇ ਤਰ੍ਹਾਂ ਹੀ ਚੌਥੇ ਖੱਤ ਦੇ ਵਿੱਚ ਲਿਖਦੇ ਨੇ, ਭਰਤੀ ਦਾ ਸਿਲਸਿਲਾ ਸ਼ੁਰੂ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਤੁਹਾਡਾ ਕੋਈ ਸਿਪਾਹੀ ਇੱਧਰ ਨਹੀਂ ਆਉਣਾ ਚਾਹੀਦਾ। ਮੈਂ ਇਹ ਉੱਕਾ ਨਹੀਂ ਵੇਖ ਸਕਦਾ ਕਿ ਸਾਡੀਆਂ ਪਾਕਿਸਤਾਨੀ ਕੁੜੀਆਂ ਆਪਣੇ ਜਵਾਨਾਂ ਨੂੰ ਛੱਡ ਕੇ ਤੁਹਾਡੇ ਸਾਹਮਣੇ ਚਹਿਕਦੀਆਂ ਫਿਰਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਥੇ ਖੂਬਸੂਰਤ ਤੇ ਤਕੜੇ ਸਰੀਰ ਵਾਲੇ ਅਮਰੀਕੀ ਨੌਜਵਾਨ ਭੇਜੋਗੇ, ਪਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਸਾਡਾ ਉੱਪਰਲਾ ਤਬਕਾ ਹਰ ਕਿਸਮ ਦੀ ਬੇਗੈਰਤੀ ਕਬੂਲ ਕਰ ਸਕਦਾ ਹੈ, ਕਿਉਂਕਿ ਉਹ ਪਹਿਲਾਂ ਹੀ ਆਪਣੇ ਦੀਦੇ ਤੁਹਾਡੀਆਂ ਲਾਂਡਰੀਆਂ ਵਿੱਚ ਧੁਆ ਚੁੱਕਾ ਹੈ। ਪਰ ਇੱਥੋਂ ਦਾ ਨਿਮਨ ਜਾਣੀ ਕਿ ਹੇਠਲਾ ਜਾਂ ਦਰਮਿਆਨਾ ਵਰਗ ਅਜਿਹੀ ਕੋਈ ਚੀਜ਼ ਬਰਦਾਸ਼ਤ ਨਹੀਂ ਕਰੇਗਾ। ਚੌਥੇ ਖਾਤੇ ਵਿੱਚ ਹੀ ਲਿਖਦੇ ਨੇ, ਇੱਕ ਗੱਲ ਹੋਰ, ਤੁਹਾਡੇ ਫਿਲਮਸਾਜ਼ ਹਿੰਦੁਸਤਾਨੀ ਫਿਲਮਸਾਜੀ ਉਦਯੋਗ ਵਿੱਚ ਬਹੁਤ ਦਿਲਚਸਪੀ ਲੈ ਰਹੇ ਹਨ, ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਪਿਛਲੇ ਦਿਨੀ ਗ੍ਰੈਗਰੀ ਪੈਕ ਹਿੰਦੁਸਤਾਨ ਪਹੁੰਚਿਆ ਹੋਇਆ ਸੀ, ਉਸਨੇ ਫਿਲਮ ਸਟਾਰ ਸਰਈਆ ਨਾਲ ਫੋਟੋ ਖਿਚਵਾਈ, ਉਸਦੇ ਹੁਸਨ ਦੀ ਤਾਰੀਫ ਵਿੱਚ ਜ਼ਮੀਨ ਅਸਮਾਨ ਇੱਕ ਕਰ ਦਿੱਤਾ। ਪਿਛਲੇ ਦਿਨੀ ਸੁਣਿਆ ਸੀ ਕਿ ਇੱਕ ਅਮਰੀਕੀ ਫਿਲਮਸਾਜ਼ ਨੇ ਨਰਗਸ ਦੇ ਗਲੇ ਵਿੱਚ ਬਾਂਹ ਪਾ ਕੇ ਉਸਦਾ ਚੁੰਮਣ ਵੀ ਲਿਆ ਸੀ। ਇਹ ਕਿੰਨੀ ਵੱਡੀ ਜ਼ਿਆਦਤੀ ਹੈ ਕਿ ਸਾਡੇ ਪਾਕਿਸਤਾਨ ਦੀਆਂ ਐਕਟਰਸਾਂ ਮਰ ਗਈਆਂ। ਇਸੇ ਖੱਤ ਵਿੱਚ ਲਿਖਦੇ ਨੇ, ਅਪਵਾਹ ਵਾਲੀਆਂ ਘੱਟ ਤੋਂ ਘੱਟ ਪਹਿਰਾਵੇ ਭਾਵ ਘੱਟ ਕੱਪੜੇ ਪਾਉਣ ਦੇ ਸੰਬੰਧ ਵਿੱਚ ਹਰ ਵਕਤ ਸੋਚਣ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਉਹਨਾਂ ਨੂੰ ਅਜਮਾਏ ਹੋਏ ਨੁਸਖੇ ਦੱਸੇ ਜਾਣ। ਤੁਹਾਡੇ ਉੱਥੇ 65 ਸਾਲ ਦੀਆਂ ਬੁੱਢੀਆਂ ਆਪਣੇ ਪੇਟ ਵਿਖਾਉਂਦੀਆਂ ਹਨ, ਪਰ ਮਜਾਲ ਹੈ ਉਹਨਾਂ ਉੱਪਰ ਕਿਧਰੇ ਇੱਕ ਵੀ ਵੱਟ ਜਾਂ ਝੋਡੀ ਨਜ਼ਰ ਆ ਜਾਏ। ਪਤਾ ਨਹੀਂ ਉਹ ਮੂੰਹ ਜਵਾਨੀ ਬੱਚੇ ਜਣਦੀਆਂ ਹਨ ਜਾਂ ਉਹਨਾਂ ਨੂੰ ਕੋਈ ਅਜਿਹਾ ਗੁਰ ਪਤਾ ਹੈ ਕਿ ਸੱਪ ਵੀ ਮਰ ਜਾਏ ਅਤੇ ਲਾਠੀ ਵੀ ਨਾ ਟੁੱਟੇ। ਅਮਰੀਕਾ ਦੇ ਹਾਈਡਰੋਜਨ ਬੰਬ ਬਾਰੇ 5ਵੇਂ ਖੱਤ ਵਿੱਚ ਲਿਖ ਰਹੇ ਨੇ, ਸੁਣਿਆ ਤੁਸਾਂ ਨੇ ਹਾਈਡਰੋਜਨ ਬੰਬ ਸਿਰਫ ਇਸ ਲਈ ਬਣਾਇਆ ਹੈ ਕਿ ਦੁਨੀਆ ਵਿੱਚ ਮੁਕੰਮਲ ਅਮਨ ਅਮਾਨ ਕਾਇਮ ਹੋ ਜਾਵੇ। ਉਂਝ ਤਾਂ ਅੱਲਾ ਹੀ ਬਿਹਤਰ ਜਾਣਦਾ ਹੈ, ਪਰ ਮੈਨੂੰ ਤੁਹਾਡੀ ਗੱਲ ਦਾ ਯਕੀਨ ਹੈ। ਇੱਕ ਇਸ ਲਈ ਕਿ ਮੈਂ ਤੁਹਾਡੀ ਕਣਕ ਖਾਧੀ ਹੈ ਅਤੇ ਹੋਰ ਮੈਂ ਤੁਹਾਡਾ ਭਤੀਜਾ ਹਾਂ। ਬਜ਼ੁਰਗਾਂ ਦੀ ਗੱਲ ਉਂਝ ਵੀ ਛੋਟੀਆਂ ਨੂੰ ਝੱਟ ਹੀ ਮੰਨ ਲੈਣੀ ਚਾਹੀਦੀ ਹੈ। ਕਣਕ ਖਾਧੀ ਦਾ ਮਤਲਬ ਕਿ ਅਮਰੀਕਾ ਨੇ ਜਦੋਂ ਪਾਕਿਸਤਾਨ ਬਣਿਆ ਤਾਂ ਉਦੋਂ ਕਣਕ ਭੇਜੀ ਹੈ, ਜਿਸ ਦਾ ਇਹ ਬਾਰ-ਬਾਰ ਜ਼ਿਕਰ ਕਰ ਰਹੇ ਨੇ ਖੱਤਾਂ ਦੇ ਵਿੱਚ। ਅੱਗੇ ਲਿਖਦੇ ਆ, ਪਰ ਮੈਂ ਪੁੱਛਦਾ ਹਾਂ ਜੇਕਰ ਤੁਸੀਂ ਦੁਨੀਆ ਵਿੱਚ ਅਮਨ ਅਮਾਨ
ਕਾਇਮ ਕਰ ਦਿੱਤਾ ਤਾਂ ਦੁਨੀਆ ਕਿੰਨੀ ਛੋਟੀ ਹੋ ਜਾਵੇਗੀ। ਮੇਰਾ ਮਤਲਬ ਹੈ ਕਿੰਨੇ ਮੁਲਕਾਂ ਦਾ ਇਸ ਦੁਨੀਆ ਤੋਂ ਨਾਮ ਨਿਸ਼ਾਨ ਮਿਟ ਜਾਏਗਾ। ਮੇਰੀ ਭਤੀਜੀ ਜੋ ਸਕੂਲ ਵਿੱਚ ਪੜ੍ਹਦੀ ਹੈ, ਕੱਲ੍ਹ ਮੈਨੂੰ ਦੁਨੀਆ ਦਾ ਨਕਸ਼ਾ ਬਣਾਉਣ ਨੂੰ ਕਹਿ ਰਹੀ ਸੀ। ਮੈਂ ਉਸ ਨੂੰ ਕਿਹਾ, ਹਾਲੀ ਨਹੀਂ, ਪਹਿਲਾਂ ਮੈਨੂੰ ਚਾਚਾ ਜੀ ਨਾਲ ਗੱਲ ਕਰ ਲੈਣ ਦੇ, ਉਸ ਤੋਂ ਪੁੱਛ ਲਵਾਂ ਕਿ ਕਿਹੜਾ ਮੁਲਕ ਰਹੇਗਾ ਕਿਹੜਾ ਨਹੀਂ ਰਹੇਗਾ। ਇਹ ਪੁੱਛ ਕੇ ਫੇਰ ਹੀ ਬਣਾ ਦੇਵਾਂਗਾ। ਚਾਚਾ ਜੀ ਜਾਣੀ ਕਿ ਅਮਰੀਕਾ ਨੂੰ ਕਹਿ ਰਹੇ ਨੇ ਕਿ ਨਕਸ਼ਾ ਆਪਾਂ ਬਾਅਦ 'ਚ ਹੀ ਦੇਖਾਂਗੇ, ਪਹਿਲਾਂ ਜਿਹੜਾ ਅਮਨ ਅਮਾਨ ਵਾਸਤੇ ਜਿਹੜਾ ਬੰਬ ਸਿੱਟ ਰਹੇ ਨੇ, ਹਾਈਡਰੋਜਨ ਬੰਬ, ਤੇ ਮੈਂ ਉਹਨਾਂ ਨੂੰ ਪੁੱਛ ਲਵਾਂ। ਤਾਂ ਇਹ ਬਹੁਤ ਸੋਹਣਾ ਵਿਅੰਗ ਕੀਤਾ ਹੈ। 7ਵੇਂ ਖੱਤ ਦੇ ਵਿੱਚ ਲਿਖ ਰਹੇ ਨੇ ਮੰਟੋ, ਚਾਚਾ ਜੀ ਭਾਵ ਅਮਰੀਕਾ, ਮੈਂ ਇੱਕ ਬੜੀ ਅਫਸੋਸਜਨਕ ਖਬਰ ਸੁਣੀ ਹੈ ਕਿ ਤੁਹਾਡੇ ਉੱਥੇ ਵਪਾਰ ਅਤੇ ਉਦਯੋਗ ਬੜੇ ਨਾਜ਼ੁਕ ਦੌਰ ਵਿੱਚ ਗੁਜ਼ਰ ਰਹੇ ਹਨ। ਤੁਸੀਂ ਤਾਂ ਮਾਸ਼ਾ ਅੱਲਾ ਅਕਲਮੰਦ ਹੋ, ਪਰ ਇੱਕ ਬੇਵਕੂਫ ਦੀ ਗੱਲ ਵੀ ਸੁਣ ਲਵੋ। ਇਹ ਵਪਾਰਕ ਅਤੇ ਉਦਯੋਗਿਕ ਮੰਦਵਾੜਾ ਅਰਥਾਤ ਸੰਕਟ ਸਿਰਫ ਇਸ ਲਈ ਪੈਦਾ ਹੋਇਆ ਹੈ ਕਿ ਤੁਸੀਂ ਕੋਰੀਆ ਦੀ ਜੰਗ ਬੰਦ ਕਰ ਦਿੱਤੀ ਹੈ। ਇਹ ਬਹੁਤ ਵੱਡੀ ਗਲਤੀ ਸੀ। ਹੁਣ ਤੁਸੀਂ ਹੀ ਸੋਚੋ ਕਿ ਤੁਹਾਡੇ ਟੈਂਕਾਂ, ਹਵਾਈ ਜਹਾਜ਼ਾਂ, ਤੋਪਾਂ ਅਤੇ ਬੰਦੂਕਾਂ ਦੀ ਖਪਤ ਕਿੱਥੇ ਹੋਵੇਗੀ। ਕਿੰਨਾ ਸੋਹਣਾ ਵਿਅੰਗ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੌਮਾਂਤਰੀ ਲੋਕ ਰਾਏ ਦੀ ਸਖਤ ਵਿਰੋਧਤਾ ਕਾਰਨ ਤੁਹਾਨੂੰ ਇਹ ਜੰਗ ਬੰਦ ਕਰਨੀ ਪਈ ਹੈ, ਪਰ ਕੌਮਾਂਤਰੀ ਲੋਕ ਰਾਏ ਤੁਹਾਡੇ ਸਾਹਮਣੇ ਕਿਹੜੇ ਬਾਗ ਦੀ ਮੂਲੀ ਹੈ। ਮੇਰਾ ਮਤਲਬ ਹੈ ਸਾਰਾ ਸੰਸਾਰ ਤੁਹਾਡੇ ਹਾਈਡਰੋਜਨ ਬੰਬ ਦਾ ਕੀ ਮੁਕਾਬਲਾ ਕਰ ਸਕਦਾ ਹੈ। ਕੋਰੀਆ ਦੀ ਜੰਗ ਤੁਸੀਂ ਬੰਦ ਕਰ ਦਿੱਤੀ ਹੈ, ਇਹ ਬਹੁਤ ਭਾਰੀ ਗਲਤੀ ਸੀ। ਖੈਰ, ਇਸ ਨੂੰ ਛੱਡੋ, ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਜੰਗ ਸ਼ੁਰੂ ਕਰਾ ਦਿਓ। ਕੋਰੀਆ ਦੀ ਜੰਗ ਦੇ ਫਾਇਦੇ ਇਸ ਜੰਗ ਦੇ ਫਾਇਦਿਆਂ ਸਾਹਮਣੇ ਫਿੱਕੇ ਨਾ ਪੈ ਗਏ ਤਾਂ ਮੈਂ ਤੁਹਾਡਾ ਭਤੀਜਾ ਨਹੀਂ। ਤਾਂ ਇੱਦਾਂ ਦੇ ਵਿਅੰਗ ਇਸ ਕਿਤਾਬ ਦੇ ਵਿੱਚ ਕੀਤੇ ਗਏ ਨੇ, ਅਤੇ ਨਾਲੇ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਉਸ ਸਮੇਂ ਦੀ, ਅਤੇ ਅੱਜ ਵੀ ਇਹ ਚੀਜ਼ਾਂ ਆਪਾਂ ਲਾਗੂ ਨੇ, ਅੱਜ ਵੀ ਇਹੀ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਤਾਂ ਇਹ ਸੀ ਮੰਟੋ ਦੇ ਖੱਤ ਕਿਤਾਬ ਦਾ ਰਿਵਿਊ, ਜਾਂ ਇਹ ਕਹਿ ਲਓ ਕਿ ਮੈਂ ਸਿਰਫ ਦਿਲਚਸਪੀ ਵਧਾਉਣ ਦੇ ਲਈ ਕੁਝ ਗੱਲਾਂ ਕਿਤਾਬ ਦੇ ਵਿੱਚ ਮੈਂ ਸ਼ੇਅਰ ਕਰਦਾ, ਤਾਂ ਸ਼ਾਇਦ ਉਹਦੇ ਵਿੱਚ ਮੈਂ ਕਾਮਯਾਬ ਹੋਇਆ ਹੋਵਾਂ। ਉਹ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ, ਜਾਂ ਕਦੇ ਕਿਤਾਬ ਪੜ੍ਹ ਕੇ ਮੈਨੂੰ ਜ਼ਰੂਰ ਇਸ ਦਾ ਜ਼ਿਕਰ ਕਰਨਾ। ਨਾਲ ਹੀ ਇੱਕ ਮੈਂ ਹੋਰ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਰਜਿੰਦਰ ਬਿਮਲ, ਜਿਸ ਨੂੰ ਕਿ ਕਿਤਾਬਾਂ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ, ਜਲੰਧਰ ਦੇ ਵਿੱਚ ਉਹਨਾਂ ਦੇ ਡੇਰੇ ਨੇ। ਤੁਹਾਨੂੰ ਕੋਈ ਵੀ ਕਿਤਾਬ ਚਾਹੀਦੀ ਹੋਵੇ, ਵੱਧ ਤੋਂ ਵੱਧ ਰਿਆਇਤ ਦੇਣਗੇ। ਸਸਤੀਆਂ ਕਿਤਾਬਾਂ ਅਤੇ ਅਣਮੁੱਲੀਆਂ ਕਿਤਾਬਾਂ, ਜਿਵੇਂ ਕਿ ਜਿਹੜੀਆਂ ਇਹ ਕਿਤਾਬਾਂ ਮੈਂ ਪੜ੍ਹ ਰਿਹਾ, ਤਾਂ ਜਿਹੜਾ ਉਹਨਾਂ ਦਾ ਇੱਕ ਆਫਰ ਸੀ 13 ਰੁਪਏ ਦੀ ਕਿਤਾਬ, ਜਾਣੀ ਕਿ 1300 ਰੁਪਏ ਦੀਆਂ 100 ਕਿਤਾਬਾਂ, ਅਤੇ 200 ਸਿਰਫ ਆਪਾਂ ਨੂੰ ਮੰਗਾਉਣ ਦਾ ਖਰਚਾ। ਤਾਂ ਕੁੱਲ ਮਿਲਾ ਕੇ 100 ਕਿਤਾਬਾਂ ਮੈਨੂੰ 1500 ਰੁਪਏ ਦੇ ਵਿੱਚ ਪਈਆਂ ਸੀ। ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਇੰਨੀਆਂ ਅਨਮੋਲ ਕਿਤਾਬਾਂ ਨੇ ਕਿ ਆਪਾਂ ਜਦੋਂ ਪੁਸਤਕ ਮੇਲਿਆਂ 'ਤੇ ਖਰੀਦਦੇ ਹਾਂ, ਜਾਂ ਕਿਸੇ ਹੋਰ ਪ੍ਰਕਾਸ਼ਕ ਕੋਲ ਜਾ ਕੇ ਖਰੀਦਦੇ ਹਾਂ, ਤਾਂ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਤਾਂ ਲੁਤਫ ਹੋਈਆਂ ਇੱਕ ਅਣਮੁੱਲੀਆਂ ਚੀਜ਼ਾਂ ਨੇ, ਜੋ ਸਿਰਫ ਜਲੰਧਰ ਦੇ ਵਿੱਚ ਰਜਿੰਦਰ ਜੀ ਜਾਣੀ ਕਿ ਕਿਤਾਬਾਂ ਵਾਲੇ ਬਾਬਾ ਜੀ ਕੋਲ ਪਈਆਂ ਨੇ। ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇਵਾਂਗਾ, ਅਤੇ ਕੋਈ ਵੀ ਕਿਤਾਬਾਂ ਬਾਰੇ ਜਾਣਕਾਰੀ ਹੋਵੇ ਜਾਂ ਨੌਲੇਜ ਲੈਣੀ ਹੋਵੇ, ਕਿਤਾਬਾਂ ਖਰੀਦਣੀਆਂ ਨਹੀਂ ਕਹੂੰਗਾ, ਕਿਤਾਬਾਂ ਲੈਣੀਆਂ ਹੋਈਆਂ ਹੋਣ, ਤਾਂ ਉਹਨਾਂ ਨਾਲ ਤੁਸੀਂ ਕੰਟੈਕਟ ਜ਼ਰੂਰ ਕਰੋ। ਅਤੇ ਮਿਲਦੇ ਹਾਂ ਜਲਦ ਹੀ ਕਿਸੇ ਹੋਰ ਵੀਡੀਓ ਦੇ ਨਾਲ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਅਤੇ ਪਿਆਰ ਦਿਓ ਵੱਧ ਤੋਂ ਵੱਧ। ਕਿਤਾਬਾਂ ਨਾਲ ਜੋੜੋ ਆਪਣੇ ਦੋਸਤਾਂ ਨੂੰ, ਸਾਥੀਆਂ ਨੂੰ। ਧੰਨਵਾਦ।